प्यारे बच्चों, मेरे YouTube चैनल ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਅੱਜ ਅਸੀਂ ਭੂਗੋਲ ਦੇ ਇੱਕ ਬੇहद ਮਹੱਤਵਪੂਰਨ ਟੌਪਿਕ ਗਲੋਬ ਧਰਤੀ ਦਾ ਮਾਡਲ ਇਸ ਬਾਰੇ ਚਰਚਾ ਕਰਨ ਜਾ ਰਹੇ ਹਾਂ। ਪਿਆਰੇ ਬੱਚਿਓ, ਤੁਸੀਂ ਅਕਸਰ ਆਪਣੇ ਸਕੂਲ ਦੇ ਦਫ਼ਤਰ ਜਾਂ ਸਮਾਜਿਕ ਸਿੱਖਿਆ ਦੀ ਲੈਬ ਦੇ ਵਿੱਚ ਗਲੋਬ ਵੇਖਿਆ ਹੋਣਾ। ਗਲੋਬ ਹੁੰਦਾ ਕੀ ਹੈ ਬੱਚਿਓ? ਧਰਤੀ ਦਾ ਆਕਾਰ ਬਹੁਤ ਵੱਡੇ ਗੋਲੇ ਵਾਂਗ ਹੈ। ਅਸੀਂ ਪੂਰੀ ਧਰਤੀ ਨੂੰ ਇੱਕੋ ਸਮੇਂ ਨਹੀਂ ਦੇਖ ਸਕਦੇ ਬੇਟਾ, ਇਸ ਲਈ ਧਰਤੀ ਨੂੰ ਪੂਰਾ ਦੇਖਣ ਅਤੇ ਪਰਖਣ ਦੇ ਲਈ ਇਸ ਦਾ ਮਾਡਲ ਬਣਾਇਆ ਗਿਆ ਹੈ, ਜਿਸ ਨੂੰ ਗਲੋਬ ਕਿਹਾ ਜਾਂਦਾ ਹੈ। ਯਾਨੀ ਗਲੋਬ ਧਰਤੀ ਦਾ ਮਾਡਲ ਹੁੰਦਾ ਹੈ। ਬੱਚਿਓ, ਸਾਡੀ ਧਰਤੀ ਜਿਸ ਉੱਤੇ ਅਸੀਂ ਰਹਿੰਦੇ ਹਾਂ ਵੇਖਣ ਵਿੱਚ ਕਿਹੋ ਜਿਹੀ ਹੈ? ਧਰਤੀ ਬੱਚਿਓ ਗੋਲ ਹੈ। ਇਸ ਨੂੰ ਗੋਲਾਕਾਰ ਸ਼ਕਲ ਦੀ ਆਖਦੇ ਹਾਂ। ਇਸ ਨੂੰ ਧਰਤ ਗੋਲਾ ਵੀ ਕਿਹਾ ਜਾਂਦਾ ਹੈ। ਪਰ ਬੱਚਿਓ, ਅਸਲ ਦੇ ਵਿੱਚ ਧਰਤੀ ਆਪਣੇ ਸਿਰਿਆਂ ਤੋਂ ਕੁਝ ਚਪਟੀ ਹੈ। ਇਹ ਚਪਟਾਕਾਰ ਹੈ। ਧਰਤੀ ਪੂਰੀ ਤਰ੍ਹਾਂ ਗੋਲ ਨਹੀਂ ਹੈ। ਜੋ ਗਲੋਬ ਹੁੰਦਾ ਹੈ ਉਹ ਬੱਚਿਓ ਧਰਤੀ ਦਾ ਤ੍ਰੈ ਪੱਖੀ ਮਾਡਲ ਹੈ, ਯਾਨੀ 3 ਡਾਇਮੈਂਸ਼ਨਲ ਮਾਡਲ ਹੈ। ਇਹ ਧਰਤੀ ਦੀ ਸ਼ਕਲ ਦਾ ਪ੍ਰਤੀਕ ਹੈ। ਯਾਨੀ ਧਰਤੀ ਕਿਹੋ ਜਿਹੀ ਹੈ ਉਸ ਨੂੰ ਵੇਖਣ ਅਤੇ ਪਰਖਣ ਦੇ ਲਈ ਗਲੋਬ ਸਾਡੀ ਬਹੁਤ ਸਹਾਇਤਾ ਕਰਦਾ ਹੈ। ਬੱਚਿਓ, ਤੁਹਾਡੀ ਸਕਰੀਨ ਤੇ ਇਸ ਵੇਲੇ ਗਲੋਬ ਦੀਆਂ ਕੁਝ ਕਿਸਮਾਂ ਦਿਖਾਈਆਂ ਜਾ ਰਹੀਆਂ ਹਨ। ਭਾਂਤ-ਭਾਂਤ ਦੇ ਗਲੋਬ ਹੁੰਦੇ ਹਨ। ਬੱਚਿਓ, ਗਲੋਬ ਸਾਨੂੰ ਕੀ ਜਾਣਕਾਰੀ ਦਿੰਦਾ ਹੈ? ਜੇਕਰ ਅਸੀਂ ਗਲੋਬ ਨੂੰ ਧਿਆਨਪੂਰਵਕ ਵੇਖੀਏ ਤਾਂ ਸਾਨੂੰ ਇਸ ਉੱਪਰ ਮਹਾਸਾਗਰ, ਸਾਗਰ, ਮਹਾਦੀਪ, ਦੇਸ਼, ਨਦੀਆਂ, ਪਹਾੜ ਅਤੇ ਕਾਫੀ ਕੁਝ ਇਹ ਵੇਖਣ ਨੂੰ ਸਾਨੂੰ ਮਿਲਦਾ ਹੈ ਅਤੇ ਕਈ ਖਾਸ ਲਕੀਰਾਂ ਵੀ ਸਾਨੂੰ ਵੇਖਣ ਨੂੰ ਮਿਲਦੀਆਂ ਹਨ। ਇਹਨਾਂ ਲਈ ਇਸਤੇਮਾਲ ਕੀਤੇ ਜਾਣ ਵਾਲੇ ਰੰਗ ਵੀ ਬੜੇ ਖਾਸ ਹੁੰਦੇ ਹਨ। ਜਿਸ ਤਰ੍ਹਾਂ ਕਿ ਬੱਚਿਓ ਤੁਸੀਂ ਵੇਖਿਆ ਹੋਣਾ, ਗਲੋਬ ਦੇ ਵਿੱਚ ਨੀਲਾ ਰੰਗ ਜਿਹੜਾ ਹੈ ਉਹ ਵਰਤਿਆ ਹੁੰਦਾ ਹੈ ਮਹਾਸਾਗਰਾਂ ਤੇ ਸਾਗਰਾਂ ਲਈ, ਯਾਨੀ ਪਾਣੀ ਦੇ ਨਾਲ ਸੰਬੰਧਿਤ ਵਸਤੂ ਲਈ ਨੀਲਾ ਰੰਗ ਗਲੋਬ ਉੱਤੇ ਵਰਤਿਆ ਜਾਂਦਾ ਹੈ। ਜਿਸ ਤਰ੍ਹਾਂ ਕਿ ਤੁਸੀਂ ਆਪਣੀ ਸਕਰੀਨ ਤੇ ਗਲੋਬ ਦਾ ਚਿੱਤਰ ਵੇਖ ਸਕਦੇ ਹੋ, ਇਸ ਉੱਤੇ ਤੁਸੀਂ ਵੇਖੋਗੇ ਕਿ ਮਹਾਸਾਗਰਾਂ ਨੂੰ ਨੀਲੇ ਰੰਗ ਨਾਲ ਦਿਖਾਇਆ ਗਿਆ ਹੈ। ਬੱਚਿਓ, ਇਸੇ ਤਰ੍ਹਾਂ ਹੀ ਗਲੋਬ ਉੱਤੇ ਵੱਖ-ਵੱਖ ਰੰਗਾਂ ਦੁਆਰਾ ਵੱਖ-ਵੱਖ ਭੂਗੋਲਿਕ ਆਕ੍ਰਿਤੀਆਂ ਨੂੰ ਦਿਖਾਇਆ ਜਾਂਦਾ ਹੈ। ਹੁਣ ਬੱਚਿਓ ਗੱਲ ਕਰਾਂਗੇ ਗਲੋਬ ਦੇ ਉੱਤਰੀ ਅਤੇ ਦੱਖਣੀ ਧਰੁਵ ਬਾਰੇ। ਜੇਕਰ ਅਸੀਂ ਗਲੋਬ ਨੂੰ ਧਿਆਨ ਨਾਲ ਵੇਖੀਏ ਤਾਂ ਗਲੋਬ ਦੇ ਉੱਪਰਲੇ ਸਿਰੇ ਅਤੇ ਹੇਠਲੇ ਸਿਰੇ ਤੇ ਸਾਨੂੰ ਪੇਚ ਦਿਖਾਈ ਦਿੰਦੇ ਹਨ। ਉੱਪਰਲੇ ਸਿਰੇ ਨੂੰ ਉੱਤਰੀ ਧਰੁਵ ਕਿਹਾ ਜਾਂਦਾ ਹੈ, ਹੇਠਲੇ ਸਿਰੇ ਨੂੰ ਦੱਖਣੀ ਧਰੁਵ ਕਿਹਾ ਜਾਂਦਾ ਹੈ। ਇੰਗਲਿਸ਼ ਦੇ ਵਿੱਚ ਇਸ ਨੂੰ ਨਾਰਥ ਪੋਲ ਕਿਹਾ ਜਾਂਦਾ ਹੈ ਉੱਤਰੀ ਸਿਰੇ ਨੂੰ, ਅਤੇ ਹੇਠਲੇ ਸਿਰੇ ਨੂੰ ਸਾਊਥ ਪੋਲ ਕਿਹਾ ਜਾਂਦਾ ਹੈ। ਹੁਣ ਬੱਚਿਓ ਗੱਲ ਕਰਾਂਗੇ ਗਲੋਬ ਉੱਪਰ ਭੂਮੱਧ ਰੇਖਾ ਬਾਰੇ। ਭੂਮੱਧ ਰੇਖਾ ਬੱਚਿਓ ਧਰਤੀ ਤੇ ਬਿਲਕੁਲ ਵਿਚਕਾਰੋਂ ਖਿੱਚੀ ਗਈ ਕਾਲਪਨਿਕ ਰੇਖਾ ਹੈ, ਜੋ ਕਿ 0 ਡਿਗਰੀ ਤੇ ਖਿੱਚੀ ਗਈ ਹੈ। ਇਹ ਪੂਰੀ ਧਰਤੀ ਨੂੰ 2 ਭਾਗਾਂ ਵਿੱਚ ਵੰਡਦੀ ਹੈ, ਉੱਤਰੀ ਅਰਧਗੋਲਾ ਅਤੇ ਦੱਖਣੀ ਅਰਧਗੋਲਾ। ਹੁਣ ਬੱਚਿਓ, ਇਹ ਸ਼ਬਦ ਅਰਧਗੋਲਾ ਤੁਸੀਂ ਪੜੋਗੇ। ਅਰਧਗੋਲਾ ਕਿਸ ਨੂੰ ਆਖਦੇ ਹਾਂ? ਗੋਲੇ ਦੇ ਅੱਧੇ ਭਾਗ ਨੂੰ ਅਰਧਗੋਲਾ ਕਿਹਾ ਜਾਂਦਾ ਹੈ। ਜਿਵੇਂ ਕਿ ਧਰਤੀ ਦੇ 2 ਅਰਧਗੋਲੇ ਹਨ, ਉੱਤਰੀ ਅਰਧਗੋਲਾ, ਦੱਖਣੀ ਅਰਧਗੋਲਾ। ਇੰਗਲਿਸ਼ ਦੇ ਵਿੱਚ ਨੂੰ ਨਾਰਦਰਨ ਹੈਮੀਸਫੀਅਰ ਤੇ ਦੱਖਣੀ ਅਰਧਗੋਲੇ ਨੂੰ ਸਦਰਨ ਹੈਮੀਸਫੀਅਰ ਕਿਹਾ ਜਾਂਦਾ ਹੈ। ਹੁਣ ਬੱਚੋ ਗੱਲ ਕਰਾਂਗੇ ਅਕਸ਼ਾਂਸ਼ ਰੇਖਾਵਾਂ ਬਾਰੇ, ਜਿਨ੍ਹਾਂ ਨੂੰ ਵਿਤਕਾਰ ਵੀ ਕਿਹਾ ਜਾਂਦਾ ਹੈ ਤੇ ਇੰਗਲਿਸ਼ ਦੇ ਵਿੱਚ ਇਹਨਾਂ ਨੂੰ ਲੈਟੀਟਿਊਡਸ ਕਿਹਾ ਜਾਂਦਾ ਹੈ। ਬੱਚੋ, ਤੁਸੀਂ ਅਕਸਰ ਨਕਸ਼ੇ ਦੇ ਵਿੱਚ ਗਲੋਬ ਉੱਤੇ ਇਸ ਤਰ੍ਹਾਂ ਦੀ ਰੇਖਾਵਾਂ ਨੂੰ ਵੇਖਦੇ ਹੋ ਜੋ ਕਿ ਪੱਛਮ ਤੋਂ ਪੂਰਬ ਵੱਲ ਖਿੱਚੀਆਂ ਗਈਆਂ ਹਨ। ਇਹ ਸਾਰੀਆਂ ਅਕਸ਼ਾਂਸ਼ ਰੇਖਾਵਾਂ ਭੂਮੱਧ ਰੇਖਾ ਦੇ ਸਮਾਨਾਂਤਰ ਖਿੱਚੀਆਂ ਗਈਆਂ ਹਨ, ਜੋ ਕਿ ਗੋਲਾਕਾਰ ਹੁੰਦੀਆਂ ਹਨ। ਇਹਨਾਂ ਦੀ ਲੰਬਾਈ ਸਭ ਤੋਂ ਜ਼ਿਆਦਾ ਭੂਮੱਧ ਰੇਖਾ ਤੇ ਹੁੰਦੀ ਹੈ, ਯਾਨੀ ਸਭ ਤੋਂ ਵੱਡਾ ਜਿਹੜਾ ਅਰਧਗੋਲਾ ਹੈ ਜਾਂ ਆਪਾਂ ਕਹਿ ਸਕਦੇ ਹਾਂ ਗੋਲਾਕਾਰ ਜੋ ਵੀ ਅਕਸ਼ਾਂਸ਼ ਰੇਖਾ ਸਭ ਤੋਂ ਵੱਡੀ ਜਿਹੜੀ ਹੈ ਉਹ ਭੂਮੱਧ ਰੇਖਾ ਹੈ। ਜਿਵੇਂ ਜਿਵੇਂ ਇਸ ਭੂਮੱਧ ਰੇਖਾ ਦੇ ਉੱਤਰ ਦੇ ਵਿੱਚ ਅਸੀਂ ਜਾਂਦੇ ਜਾਵਾਂਗੇ, ਇਹਨਾਂ ਦੀ ਲੰਬਾਈ ਘਟਦੀ ਜਾਵੇਗੀ। ਉਸ ਤਰ੍ਹਾਂ ਦੱਖਣ ਦੇ ਵਿੱਚ ਅਸੀਂ ਜਾਵਾਂਗੇ ਤੇ ਇਹਨਾਂ ਦੀ ਲੰਬਾਈ ਉਸੇ ਤਰ੍ਹਾਂ ਘਟਦੀ ਜਾਵੇਗੀ। ਬੱਚਿਓ, ਵਿਗਿਆਨਕਾਂ ਨੇ ਗਲੋਬ ਨੂੰ ਧਰਤੀ ਦਾ ਪ੍ਰਤੀਰੂਪ ਯਾਨੀ ਮਾਡਲ ਮੰਨਦਿਆਂ ਹੋਇਆਂ ਧਰਤੀ ਦਾ ਅਧਿਐਨ ਕਰਨ ਦੇ ਲਈ ਪੂਰਬ ਪੱਛਮ ਦਿਸ਼ਾ ਦੇ ਵਿੱਚ ਕਾਲਪਨਿਕ ਰੇਖਾਵਾਂ, ਕਲਪਿਤ ਰੇਖਾਵਾਂ ਖਿੱਚੀਆਂ ਹਨ। ਇਹ ਸਾਰੀਆਂ ਰੇਖਾਵਾਂ ਗੋਲਾਕਾਰ ਰੂਪ ਦੇ ਵਿੱਚ ਹਨ। ਇਹ ਭੂਮੱਧ ਰੇਖਾ ਦੇ ਸਮਾਨਾਂਤਰ ਹਨ। ਇਹਨਾਂ ਨੂੰ ਅਕਸ਼ਾਂਸ਼ ਜਾਂ ਵਿਤਕਾਰ ਵੀ ਕਿਹਾ ਜਾਂਦਾ ਹੈ। ਬੱਚੇ, ਤੁਸੀਂ ਵੇਖ ਸਕਦੇ ਹੋ ਕਿ ਭੂਮੱਧ ਰੇਖਾ ਦੇ ਜੇ ਉੱਪਰਲੇ ਪਾਸੇ ਅਸੀਂ ਧਿਆਨ ਨਾਲ ਵੇਖੀਏ, ਜਿਹੜੀਆਂ
ਅਕਸ਼ਾਂਸ਼ ਰੇਖਾਵਾਂ ਹਨ ਉਹਨਾਂ ਦੇ ਪਿੱਛੇ ਐਨ ਲਿਖਿਆ ਹੋਇਆ ਹੈ। ਐਨ ਤੋਂ ਭਾਵ ਨਾਰਥ, ਨਾਰਥ ਤੋਂ ਭਾਵ ਉੱਤਰ। ਉਸੇ ਤਰ੍ਹਾਂ ਭੂਮਧ ਰੇਖਾ ਦੇ ਦੱਖਣ ਵਾਲੇ ਪਾਸੇ, ਦੱਖਣੀ ਦਿਸ਼ਾ ਵਾਲੇ ਪਾਸੇ ਜਿੰਨੀਆਂ ਵੀ ਅਕਸ਼ਾਂਸ਼ ਰੇਖਾਵਾਂ ਹਨ ਉਹਨਾਂ ਦੇ ਪਿੱਛੇ ਐਸ ਲਿਖਿਆ ਹੋਇਆ, ਐਸ ਯਾਨੀ ਸਾਊਥ। ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਤੁਹਾਡੇ ਸਕਰੀਨ ਉੱਤੇ ਜੋ ਚਿੱਤਰ ਆ ਰਿਹਾ ਉਸ ਵਿੱਚ ਦਿਖਾਇਆ ਗਿਆ ਕਿ 10 ਡਿਗਰੀ ਨਾਰਥ, 20 ਡਿਗਰੀ ਨਾਰਥ, 30 ਡਿਗਰੀ ਨਾਰਥ, 40 ਡਿਗਰੀ ਨਾਰਥ। ਉਸੇ ਤਰ੍ਹਾਂ ਨੀਚੇ ਜਾਈਏ ਅਸੀਂ 10 ਡਿਗਰੀ ਸਾਊਥ, 20 ਡਿਗਰੀ ਸਾਊਥ, 30 ਡਿਗਰੀ ਸਾਊਥ। ਇਸ ਨੂੰ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ 10 ਡਿਗਰੀ ਦੱਖਣ, 20 ਡਿਗਰੀ ਦੱਖਣ, 30 ਡਿਗਰੀ ਦੱਖਣ। ਉਸ ਤਰ੍ਹਾਂ ਅੱਗੇ ਅੱਗੇ ਜਿਸ ਤਰ੍ਹਾਂ ਵੀ ਜਾਂਦੇ ਜਾਵਾਂਗੇ ਤੇ ਉਹਨਾਂ ਨੂੰ ਡਿਗਰੀ ਨਾਲ ਦੱਸਿਆ ਗਿਆ ਹੈ। ਬੱਚਿਓ ਇਸ ਚਿੱਤਰ ਨੂੰ ਤੁਸੀਂ ਧਿਆਨ ਨਾਲ ਵੇਖੋ ਜਿਹੜਾ ਤੁਹਾਡੀ ਸਕਰੀਨ ਤੇ ਦਿਖਾਇਆ ਗਿਆ, ਕਿਸ ਤਰ੍ਹਾਂ ਭੂਮਧ ਰੇਖਾ ਦੇ ਉੱਪਰ ਵਾਲੇ ਪਾਸੇ ਜਿਹੜੇ ਅਕਸ਼ਾਂਸ਼ ਹਨ ਉਹਨਾਂ ਦੇ ਪਿੱਛੇ ਐਨ ਯਾਨੀ ਉੱਤਰ ਲਿਖਿਆ ਹੋਵੇਗਾ ਤੇ ਦੱਖਣ ਵਾਲੇ ਪਾਸੇ ਜੋ ਅਕਸ਼ਾਂਸ਼ ਹਨ ਉਹਨਾਂ ਦੇ ਪਿੱਛੇ ਐਸ ਯਾਨੀ ਦੱਖਣ ਲਿਖਿਆ ਹੋਵੇਗਾ। ਹੁਣ ਬੱਚੋ ਗੱਲ ਕਰਾਂਗੇ ਕੁਝ ਮਹੱਤਵਪੂਰਨ ਅਕਸ਼ਾਂਸ਼ ਰੇਖਾਵਾਂ ਬਾਰੇ। ਇੱਕ ਮਹੱਤਵਪੂਰਨ ਰੇਖਾ ਜੋ ਕਿ ਭੂਮਧ ਰੇਖਾ, ਇਸ ਦੇ ਬਾਰੇ ਤੁਹਾਨੂੰ ਪਹਿਲਾਂ ਦੱਸਿਆ ਜਾ ਚੁੱਕਿਆ ਹੈ, ਜੋ ਬਿਲਕੁਲ ਵਿਚਕਾਰ ਹੈ, ਸਭ ਤੋਂ ਵੱਡੀ ਅਕਸ਼ਾਂਸ਼ ਰੇਖਾ ਹੈ। ਇਹ 0 ਡਿਗਰੀ ਤੇ ਸਥਿਤ ਹੈ। ਇਸ ਭੂਮਧ ਰੇਖਾ ਦੇ ਉੱਤਰ ਦੇ ਵਿੱਚ ਇੱਕ ਰੇਖਾ ਹੈ 23.5 ਡਿਗਰੀ ਉੱਤਰ ਜਾਂ 23.5 ਡਿਗਰੀ ਐਨ। ਇਸ ਰੇਖਾ ਨੂੰ ਕਰਕ ਰੇਖਾ ਯਾਨੀ ਟ੍ਰੋਪਿਕ ਆਫ ਕੈਂਸਰ ਕਿਹਾ ਜਾਂਦਾ ਹੈ। ਬੱਚੋ ਇਹ ਰੇਖਾ ਭਾਰਤ ਦੇ ਵਿਚਕਾਰੋਂ ਲੰਘਦੀ ਹੈ ਅਤੇ ਭਾਰਤ ਨੂੰ ਦੋ ਭਾਗਾਂ ਵਿੱਚ ਵੰਡਦੀ ਹੈ, ਉੱਤਰੀ ਭਾਰਤ, ਦੱਖਣੀ ਭਾਰਤ। ਤੇ ਭੂਮਧ ਰੇਖਾ ਦੇ ਦੱਖਣ ਦੇ ਵਿੱਚ 23.5 ਡਿਗਰੀ ਜੋ ਸਾਊਥ ਰੇਖਾ ਹੈ, ਜੋ ਦੱਖਣੀ ਰੇਖਾ ਹੈ, ਉਹ ਮਕਰ ਰੇਖਾ ਉਸ ਨੂੰ ਕਿਹਾ ਜਾਂਦਾ ਹੈ, ਟ੍ਰੋਪਿਕ ਆਫ ਕੈਪਰੀਕੋਰਨ। ਇਸੇ ਤਰ੍ਹਾਂ ਬੱਚਿਓ ਉੱਤਰ ਦੇ ਵਿੱਚ ਇੱਕ ਰੇਖਾ ਹੈ 66.5 ਡਿਗਰੀ। ਇਸ ਰੇਖਾ ਦਾ ਨਾਮ ਹੈ ਆਰਕਟਿਕ ਘੇਰਾ ਜਾਂ ਆਰਕਟਿਕ ਗੋਲਾਕਾਰ। ਉਸੇ ਤਰ੍ਹਾਂ ਦੱਖਣ ਦੇ ਵਿੱਚ 66.5 ਡਿਗਰੀ ਜਿਹੜੀ ਰੇਖਾ ਹੈਗੀ ਹੈ ਉਸ ਦਾ ਨਾਮ ਹੈ ਅੰਟਾਰਕਟਿਕ ਗੋਲਾਕਾਰ। ਤੇ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਜਾ ਚੁੱਕਿਆ, ਉੱਤਰੀ ਧਰੁਵ 90 ਡਿਗਰੀ ਤੇ ਹੈ, ਦੱਖਣੀ ਧਰੁਵ ਵੀ 90 ਡਿਗਰੀ ਤੇ ਹੈ। ਹੁਣ ਬੱਚੋ ਗੱਲ ਕਰਾਂਗੇ ਅਕਸ਼ਾਂਸ਼ਾਂ ਦੇ ਮਹੱਤਵ ਬਾਰੇ, ਯਾਨੀ ਅਕਸ਼ਾਂਸ਼ ਸਾਨੂੰ ਕੀ ਸਹਾਇਤਾ ਕਰਦੇ ਹਨ। ਅਕਸ਼ਾਂਸ਼ ਰੇਖਾਵਾਂ ਸਾਡੀਆਂ ਬੜੀ ਸਹਾਇਤਾ ਕਰਦੀਆਂ ਹਨ। ਜਿਸ ਤਰ੍ਹਾਂ ਕਿ ਧਰਤੀ ਉੱਪਰ ਕਿਸੇ ਥਾਂ ਦੀ ਸਥਿਤੀ ਅਤੇ ਉਸ ਦਾ ਤਾਪਮਾਨ ਪਤਾ ਲਗਾਉਣਾ ਹੋਵੇ ਤਾਂ ਸਾਨੂੰ ਅਕਸ਼ਾਂਸ਼ਾਂ ਦੀ ਸਹਾਇਤਾ ਲੈਣੀ ਪੈਂਦੀ ਹੈ। ਉਸੇ ਤਰ੍ਹਾਂ ਅਕਸ਼ਾਂਸ਼ਾਂ ਦੀ ਮਦਦ ਨਾਲ ਸਾਨੂੰ ਧਰਤੀ ਨੂੰ ਵੱਖ-ਵੱਖ ਤਾਪ ਖੰਡਾਂ ਵਿੱਚ ਵੰਡਣਾ ਆਸਾਨ ਹੋ ਜਾਂਦਾ ਹੈ। ਇਸ ਦੇ ਬਾਰੇ ਵੀ ਅਸੀਂ ਚਰਚਾ ਅਗਲੇ ਪਾਠਾਂ ਦੇ ਵਿੱਚ ਕਰਾਂਗੇ। ਭੂਮਧ ਰੇਖਾ ਤੋਂ ਅਸੀਂ ਕਿਸੇ ਵੀ ਥਾਂ ਦੀ ਦੂਰੀ ਦਾ ਪਤਾ ਲਗਾ ਸਕਦੇ ਹਾਂ। ਇੱਕ ਗੱਲ ਤੁਹਾਨੂੰ ਦੱਸਣਾ ਚਾਹੂੰਗਾ ਬੱਚਿਓ ਕਿ ਜੋ ਵੀ ਅਕਸ਼ਾਂਸ਼ ਰੇਖਾਵਾਂ ਨੇ ਉਹਨਾਂ ਦੇ ਵਿਚਕਾਰ 111 ਕਿਲੋਮੀਟਰ ਦਾ ਫਾਸਲਾ ਹੁੰਦਾ ਹੈਗਾ। ਹਰ ਅਕਸ਼ਾਂਸ਼ ਰੇਖਾ ਦੇ ਵਿਚਕਾਰ ਜਿਵੇਂ ਕਿ ਮੈਂ ਕਹਿ ਸਕਦਾ 10 ਡਿਗਰੀ ਅਕਸ਼ਾਂਸ਼ ਤੇ 11 ਡਿਗਰੀ ਅਕਸ਼ਾਂਸ਼ ਜੇਕਰ ਦੋਵੇਂ ਉੱਤਰ ਦੇ ਵਿੱਚ ਹਨ ਤਾਂ ਉਹਨਾਂ ਦੇ ਵਿਚਕਾਰ 111 ਕਿਲੋਮੀਟਰ ਦਾ ਫਾਸਲਾ, ਡਿਸਟੈਂਸ ਹੋਵੇਗਾ। ਹੁਣ ਬੱਚੋ ਗੱਲ ਕਰਾਂਗੇ ਅਸੀਂ ਦੇਸ਼ਾਂਤਰ ਰੇਖਾਵਾਂ ਬਾਰੇ। ਇਹ ਬਿਲਕੁਲ ਅਲੱਗ ਨੇ। ਜਿਸ ਤਰ੍ਹਾਂ ਕਿ ਤੁਸੀਂ ਪਿੱਛੇ ਪੜ੍ਹ ਕੇ ਆਏ ਹੋ ਅਕਸ਼ਾਂਸ਼ ਰੇਖਾਵਾਂ ਬਾਰੇ, ਉਹ ਪੱਛਮ ਤੋਂ ਪੂਰਬ ਵੱਲ ਖਿੱਚੀਆਂ ਗਈਆਂ ਹਨ। ਉਸੇ ਤਰ੍ਹਾਂ ਦੇਸ਼ਾਂਤਰ ਰੇਖਾਵਾਂ ਜਿਨ੍ਹਾਂ ਨੂੰ ਲੰਬਕਾਰ ਕਿਹਾ ਜਾਂਦਾ ਹੈ, ਇੰਗਲਿਸ਼ ਦੇ ਵਿੱਚ ਇਹਨਾਂ ਨੂੰ ਲੌਂਗੀਟਿਊਡਸ ਕਿਹਾ ਜਾਂਦਾ ਹੈ, ਇਹ ਉੱਤਰ ਤੋਂ ਦੱਖਣ ਵੱਲ ਖਿੱਚੀਆਂ ਗਈਆਂ ਹਨ। ਬੱਚੋ ਜਿਸ ਤਰ੍ਹਾਂ ਤੁਹਾਡੀ ਸਕਰੀਨ ਤੇ ਦਿਖਾਇਆ ਗਿਆ, ਇਸ ਰੇਖਾਵਾਂ ਦਾ ਕਿਸ ਤਰ੍ਹਾਂ ਇਹ ਵੇਖਣ ਨੂੰ ਸਾਨੂੰ ਮਿਲਣਗੀਆਂ। ਬੱਚੋ ਇਹ ਰੇਖਾਵਾਂ ਧਰਤੀ ਨੂੰ ਦੋ ਭਾਗਾਂ ਵਿੱਚ ਵੰਡਦੀਆਂ ਹਨ, ਜਿਸ ਤਰ੍ਹਾਂ ਕਿ ਪੂਰਬੀ ਅਰਧਗੋਲਾ, ਪੱਛਮੀ ਅਰਧਗੋਲਾ। ਜੇਕਰ ਅਸੀਂ ਬਿਲਕੁਲ ਵਿਚਕਾਰੋਂ 0 ਡਿਗਰੀ ਜਿਹੜੀ ਦਿਸ਼ਾਂਤਰ ਰੇਖਾ ਹੈ ਉਸ ਨੂੰ ਮੰਨੀਏ ਤਾਂ ਉਸਨੇ ਧਰਤੀ ਨੂੰ ਦੋ ਭਾਗਾਂ ਵਿੱਚ ਵੰਡਿਆ ਹੈ, ਪੂਰਬੀ ਅਰਧਗੋਲਾ ਅਤੇ ਪੱਛਮੀ ਅਰਧਗੋਲਾ। ਬੱਚਿਓ ਇਹਨਾਂ ਦੀ ਗਿਣਤੀ ਕੁੱਲ 360 ਹੁੰਦੀਆਂ ਹੈ। ਗਲੋਬ ਉੱਪਰ ਉੱਤਰ ਤੋਂ ਦੱਖਣ ਵੱਲ ਜੋ ਕਾਲਪਨਿਕ ਰੇਖਾਵਾਂ ਖਿੱਚੀਆਂ ਗਈਆਂ ਹਨ ਉਹਨਾਂ ਨੂੰ ਦਿਸ਼ਾਂਤਰ ਜਾਂ ਲੰਬਕਾਰ ਕਿਹਾ ਜਾਂਦਾ ਹੈ। ਇਹ ਆਪਸ ਵਿੱਚ ਸਮਾਨਾਂਤਰ ਨਹੀਂ ਹੁੰਦੀਆਂ ਜਿਸ ਤਰ੍ਹਾਂ ਕਿ ਅਕਸ਼ਾਂਸ਼ ਰੇਖਾਵਾਂ ਹੁੰਦੀਆਂ ਹਨ। ਇਹਨਾਂ ਨੂੰ ਅਰਧ ਗੋਲਾਕਾਰ ਰੇਖਾਵਾਂ ਵੀ ਕਿਹਾ ਜਾਂਦਾ ਹੈ। ਇਹ ਗਿਣਤੀ ਵਿੱਚ 360 ਹੁੰਦੀਆਂ ਹਨ। ਬੱਚਿਓ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਅਕਸ਼ਾਂਸ਼ ਰੇਖਾਵਾਂ ਹੌਲੇ ਹੌਲੇ ਜਿਸ ਤਰ੍ਹਾਂ ਜੇ ਆਪਾਂ ਉੱਤਰ ਵੱਲ ਜਾਈਏ ਤਾਂ ਉਹਨਾਂ ਦੀ ਲੰਬਾਈ ਜਿਹੜੀ ਹੈ ਘਟਦੀ ਜਾਂਦੀ ਹੈ, ਜਾਂ ਦੱਖਣ ਵੱਲ ਜਾਈਏ ਤਾਂ ਉਹਨਾਂ ਦੀ ਲੰਬਾਈ ਘਟਦੀ ਜਾਂਦੀ ਹੈ। ਲੇਕਿਨ ਇਹਨਾਂ ਨਾਲ ਇਸ ਤਰ੍ਹਾਂ ਨਹੀਂ ਹੁੰਦਾ। ਦਿਸ਼ਾਂਤਰ ਰੇਖਾਵਾਂ ਨਾਲ ਇਹਨਾਂ ਦੀ ਲੰਬਾਈ ਹਰ ਪਾਸੇ ਇੱਕੋ ਵਰਗੀ ਹੁੰਦੀ ਹੈ। ਜਿੰਨੀਆਂ ਵੀ ਦਿਸ਼ਾਂਤਰ ਰੇਖਾਵਾਂ ਹਨ ਉਹਨਾਂ ਦੀ ਲੰਬਾਈ ਇੱਕੋ ਵਰਗੀ ਹੁੰਦੀ ਹੈ। ਹੁਣ ਬੱਚਿਓ ਤੁਹਾਡੀ ਸਕਰੀਨ ਤੇ ਕੁਝ ਮਹੱਤਵਪੂਰਨ ਦਿਸ਼ਾਂਤਰ ਰੇਖਾਵਾਂ ਦਿਖਾਈਆਂ ਗਈਆਂ ਹਨ। ਜਿਸ ਤਰ੍ਹਾਂ ਕਿ ਤੁਸੀਂ ਵੇਖ ਸਕਦੇ ਹੋ ਕਿ 0 ਡਿਗਰੀ ਇੱਕ ਦਿਸ਼ਾਂਤਰ ਰੇਖਾ ਹੈ ਜਿਸ ਨੇ ਧਰਤੀ ਨੂੰ ਦੋ ਭਾਗਾਂ ਵਿੱਚ ਵੰਡਿਆ ਹੈ, ਪੂਰਬੀ ਅਰਧਗੋਲਾ,
ਪੱਛਮੀ ਅਰਧਗੋਲਾ, ਯਾਨੀ ਇਸ ਦਿਸ਼ਾਂਤਰ ਰੇਖਾ ਦੇ ਸੱਜੇ ਵਾਲੇ ਪਾਸੇ ਜੋ ਵੀ ਦਿਸ਼ਾਂਤਰ ਰੇਖਾਵਾਂ ਹਨ ਉਹ ਸਾਰੀਆਂ ਪੂਰਬੀ ਦਿਸ਼ਾਂਤਰ 'ਚ ਹਨ, ਤੇ ਪੱਛਮ ਦੇ ਵਿੱਚ ਜਿੰਨੀਆਂ ਵੀ ਦਿਸ਼ਾਂਤਰ ਰੇਖਾਵਾਂ ਹਨ ਉਹਨਾਂ ਨੂੰ ਪੱਛਮੀ ਦਿਸ਼ਾਂਤਰ ਰੇਖਾਵਾਂ ਕਿਹਾ ਜਾਂਦਾ ਹੈ। ਸਾਡਾ ਭਾਰਤ ਸਾਰਾ ਪੂਰਬੀ ਦਿਸ਼ਾਂਤਰਾਂ ਦੇ ਵਿੱਚ ਸਥਿਤ ਹੈ। ਹੁਣ ਜ਼ਾਹਿਰ ਹੈ ਬੱਚਿਓ, ਇਹਨਾਂ ਦੇਸ਼ਾਂ ਦਾ ਸਮਾਂ ਇਹਨਾਂ ਦੇਸ਼ਾਂ ਦੇ ਸਮੇਂ ਨਾਲੋਂ ਅੱਗੇ ਹੋਏਗਾ। ਇਸ ਦੇ ਬਾਰੇ ਵੀ ਚਰਚਾ ਅਸੀਂ ਅਗਲੇ ਪਾਠਾਂ ਦੇ ਵਿੱਚ ਕਰਾਂਗੇ। ਤੇ ਦੂਜੇ ਵਾਲੇ ਪਾਸੇ ਤੁਸੀਂ ਵੇਖ ਸਕਦੇ ਹੋ ਕਿ 180 ਡਿਗਰੀ ਤੇ ਜਿਹੜੀ ਰੇਖਾ ਹੈਗੀ ਹੈ, ਥੋੜੀ ਵਿੰਗੀ ਤੜਿੰਗੀ ਹੈ, ਟੇਢੀ ਮੇਢੀ ਹੈ। ਇਹ ਰੇਖਾ ਜਿਹੜੀ ਹੈਗੀ ਹੈ ਅੰਤਰਰਾਸ਼ਟਰੀ ਮਿਤੀ ਰੇਖਾ ਵਜੋਂ ਜਾਣੀ ਜਾਂਦੀ ਹੈ। ਤੁਹਾਡੀ ਸਕਰੀਨ ਤੇ ਇਹ ਅੰਤਰਰਾਸ਼ਟਰੀ ਮਿਤੀ ਰੇਖਾ ਦਿਖਾਈ ਗਈ ਹੈ, ਜੋ ਕਿ ਇੱਕ ਪ੍ਰਮੁੱਖ ਦਿਸ਼ਾਂਤਰ ਰੇਖਾ ਹੈਗੀ ਹੈ। ਇਹ ਕੀ ਕੰਮ ਕਰਦੀ ਹੈ ਇਸ ਦੇ ਬਾਰੇ ਥੋੜਾ ਦੱਸ ਦਿਆਂ ਤੁਹਾਨੂੰ। ਇਹ ਰੇਖਾ ਜਿਸ ਤਰ੍ਹਾਂ ਕਿ ਇਸ ਰੇਖਾ ਦੇ ਇੱਕ ਪਾਸੇ ਜੇ ਸੋਮਵਾਰ ਹੈ ਤੇ ਦੂਜੇ ਪਾਸੇ ਐਤਵਾਰ ਹੋਏਗਾ, ਇਹ ਇਸ ਰੇਖਾ ਉੱਤੇ ਦੁਨੀਆ ਦੀ ਮਿਤੀ ਬਦਲ ਜਾਂਦੀ ਹੈਗੀ ਹੈ, ਹਫ਼ਤੇ ਦਾ ਦਿਨ ਬਦਲ ਜਾਂਦਾ ਹੈ। ਇਸ ਦੇ ਬਾਰੇ ਵੀ ਚਰਚਾ ਅਸੀਂ ਅਗਲੇ ਪਾਠਾਂ ਦੇ ਵਿੱਚ ਕਰਾਂਗੇ ਕਿ ਇਸ ਤਰ੍ਹਾਂ ਕਿਉਂ ਹੁੰਦਾ ਹੈ। ਹੁਣ ਬੱਚਿਓ, ਤੁਹਾਡੀ ਸਕਰੀਨ ਤੇ ਭਾਰਤੀ ਮਾਣਕ ਮਧਿਆਨ ਰੇਖਾ ਦਿਖਾਈ ਗਈ ਹੈ। ਜਿਹੜੀ ਭਾਰਤੀ ਮਧਿਆਨ ਰੇਖਾ ਹੈ, ਮਾਣਕ ਮਧਿਆਨ ਰੇਖਾ ਹੈ, ਜਿਸ ਨੂੰ ਅਸੀਂ ਇੰਡੀਅਨ ਸਟੈਂਡਰਡ ਮੈਰੀਡੀਅਨ ਬੋਲਦੇ ਹਾਂ, ਇਹ 82.5 ਡਿਗਰੀ ਪੂਰਬੀ ਦਿਸ਼ਾਂਤਰ ਰੇਖਾ ਹੈਗੀ ਹੈ। ਇਸ ਰੇਖਾ ਉੱਤੇ ਸਾਡੇ ਭਾਰਤ ਦਾ ਸਮਾਂ, ਜਿਹਨੂੰ ਅਸੀਂ ਭਾਰਤੀ ਮਾਨਕ ਸਮਾਂ ਆਖਦੇ ਹਾਂ, ਉਹ ਮਾਪਿਆ ਜਾਂਦਾ ਹੈਗਾ। ਦੂਜੇ ਵਾਲੇ ਪਾਸੇ ਜਿਹੜੀ ਇਹ ਰੇਖਾ ਹੈਗੀ ਹੈ 23.5 ਡਿਗਰੀ ਉੱਤਰ, ਇਹ ਬੇਟਾ ਅਕਸ਼ਾਂਸ਼ ਰੇਖਾ ਹੈਗੀ ਹੈ, ਜਿਸ ਦੇ ਬਾਰੇ ਤੁਹਾਨੂੰ ਪਹਿਲਾਂ ਦੱਸਿਆ ਗਿਆ। ਇਹ ਕਰਕ ਰੇਖਾ ਹੈ। ਇਹ ਭਾਰਤ ਨੂੰ ਦੋ ਭਾਗਾਂ ਵਿੱਚ ਵੰਡਦੀ ਹੈ, ਉੱਤਰੀ ਭਾਰਤ ਅਤੇ ਦੱਖਣੀ ਭਾਰਤ। ਹੁਣ ਬੱਚਿਓ, ਦੇਸ਼ਾਂਤਰਾਂ ਦੇ ਮਹੱਤਵ ਬਾਰੇ ਚਰਚਾ ਕਰਾਂਗੇ। ਦੇਸ਼ਾਂਤਰਾਂ ਦਾ ਸਾਨੂੰ ਕੀ ਫਾਇਦਾ ਹੈ? ਬੱਚਿਓ, ਇਹਨਾਂ ਦੇਸ਼ਾਂਤਰਾਂ ਦੀ ਸਹਾਇਤਾ ਨਾਲ ਅਸੀਂ ਕਿਸੇ ਵੀ ਸਥਾਨ ਦੀ ਪੂਰਬ ਤੋਂ ਪੱਛਮ ਵੱਲ ਸਥਿਤੀ ਪਤਾ ਕਰ ਸਕਦੇ ਹਾਂ, ਅਤੇ ਦੇਸ਼ਾਂਤਰਾਂ ਦੀ ਸਹਾਇਤਾ ਨਾਲ ਅਸੀਂ ਕਿਸੇ ਵੀ ਸਥਾਨ ਦਾ ਸਥਾਨਕ ਸਮਾਂ ਵੀ ਕੱਢ ਸਕਦੇ ਹਾਂ। ਲੋਕਲ ਟਾਈਮ ਕੀ ਹੁੰਦਾ ਕਿਸੇ ਥਾਂ ਦਾ, ਉਸ ਦੇ ਵਿੱਚ ਸਾਨੂੰ ਸਹਾਇਤਾ ਕਰਦੀਆਂ ਹਨ ਇਹ ਦੇਸ਼ਾਂਤਰ ਰੇਖਾਵਾਂ। ਹੁਣ ਬੱਚਿਓ, ਗੱਲ ਕਰਾਂਗੇ ਗ੍ਰਿਡ ਜਾਂ ਜਾਲ ਦੀ। ਅਕਸਰ ਤੁਸੀਂ ਗਲੋਬ ਉੱਤੇ ਵੇਖਿਆ ਹੋਣਾ, ਅਕਸ਼ਾਂਸ਼ ਅਤੇ ਦੇਸ਼ਾਂਤਰ ਰੇਖਾਵਾਂ ਨੂੰ ਇਕੱਠੇ ਜਾਲ ਦੇ ਰੂਪ ਦੇ ਵਿੱਚ, ਇਸ ਨੂੰ ਗ੍ਰਿਡ ਬੋਲਿਆ ਜਾਂਦਾ ਹੈ, ਜਿਸ ਤਰ੍ਹਾਂ ਕਿ ਸਕਰੀਨ ਉੱਤੇ ਵੀ ਦਿਖਾਇਆ ਗਿਆ। ਇੱਕ ਜਾਲ ਜਿਹਾ ਹੁੰਦਾ ਹੈ। ਇਸ ਦਾ ਕੀ ਮਹੱਤਵ ਹੈ? ਬੱਚਿਓ, ਗ੍ਰਿਡ ਨਕਸ਼ੇ ਅਤੇ ਐਟਲਸ ਬਣਾਉਣ ਦੇ ਵਿੱਚ ਬਹੁਤ ਮਦਦ ਕਰਦਾ ਹੈ। ਗ੍ਰਿਡ ਦੀ ਸਹਾਇਤਾ ਨਾਲ ਅਸੀਂ ਨਕਸ਼ੇ ਪੜ੍ਹ ਵੀ ਸਕਦੇ ਹਾਂ। ਕਿਸੇ ਵੀ ਸਥਾਨ ਦੀ ਅਕਸ਼ਾਂਸ਼ੀ ਅਤੇ ਦੇਸ਼ਾਂਤਰੀ ਸਥਿਤੀ ਜਾਣਨ ਲਈ ਸਾਨੂੰ ਉਸ ਸਥਾਨ ਨੂੰ ਲੱਭਣਾ ਆਸਾਨ ਹੋ ਜਾਂਦਾ ਹੈ। ਗ੍ਰਿਡ ਦੀ ਸਹਾਇਤਾ ਨਾਲ ਅਸੀਂ ਦੋ ਦੇਸ਼ਾਂ ਦੇ ਵਿਚਕਾਰ ਜੋ ਸਰਹੱਦ ਹੈ, ਜੋ ਬਾਉਂਡਰੀ ਹੈ, ਉਸ ਦਾ ਵੀ ਪਤਾ ਲਗਾ ਸਕਦੇ ਹਾਂ। ਬੱਚਿਓ, ਉਮੀਦ ਕਰਦੇ ਹਾਂ ਕਿ ਤੁਸੀਂ ਇਸ ਪਾਠ ਨੂੰ ਚੰਗੀ ਤਰ੍ਹਾਂ ਵੇਖਿਆ ਹੈ, ਤੇ ਜਿਹੜੀ ਜਾਣਕਾਰੀ ਤੁਹਾਨੂੰ ਇਸ ਪਾਠ ਰਾਹੀਂ ਤੁਹਾਨੂੰ ਦਿੱਤੀ ਗਈ ਹੈ ਉਸ ਨੂੰ ਤੁਸੀਂ ਚੰਗੀ ਤਰ੍ਹਾਂ ਉਸ ਨੂੰ ਸਮਝਿਆ ਹੈ। ਤਾਂ ਬੱਚਿਓ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ।